ਸਾਡੇ ਸਾਰੇ ਦਰਸ਼ਕਾਂ ਦਾ ਲਾਈਵ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਅੱਜ ਇਹੋ ਜਿਹੇ ਇੱਕ ਲਾਈਵ ਮੁੱਦੇ ਤੇ ਗੱਲਬਾਤ ਕਰਾਂਗੇ ਜਿਹਦੇ ਨਾਲ ਸਾਡੇ ਕੁਝ ਮਾਹਿਰ ਮਹਿਮਾਨ ਵੀ ਜੁੜੇ ਨੇ। ਸਭ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਸੁਰਿੰਦਰਪਾਲ ਜੀ ਪ੍ਰੋਗਰਾਮ ਦੇ ਵਿੱਚ ਨੇ, ਨਾਲ ਹੀ ਨਾਲ ਬੀਜੇਪੀ ਦੇ ਜਨਰਲ ਸੈਕਟਰੀ ਰਾਜੀਵ ਢੀਂਗਰਾ ਜੀ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ। ਸਾਡੇ ਨਾਲ ਬਹੁਤ-ਬਹੁਤ ਸਵਾਗਤ। ਸੋ ਗੱਲ ਕਰਦੇ ਹਾਂ ਬੀਜੇਪੀ ਦੇ ਵਿੱਚ ਸੰਸਦੀ ਬੋਰਡ ਦੀ ਕਮੇਟੀ ਦੇ ਵਿੱਚ ਇੱਕ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ। ਇਹ ਵੱਡਾ ਉਲਟ ਫੇਰ ਹੈ ਕਿਉਂਕਿ ਇੱਕ ਤਰ੍ਹਾਂ ਬਹੁਤ ਵੱਡਾ ਬਦਲਾਵ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਦੇ ਬੋਰਡ ਦੀ ਕਮੇਟੀ ਦੇ ਵਿੱਚ ਇੱਕ ਵੱਡਾ ਬਦਲਾਵ ਹੈ। 2014 ਦੇ ਵਿੱਚ ਔਰ 2022 ਦੇ ਵਿੱਚ ਦੋਨਾਂ ਹੀ ਦੇ ਵਿੱਚ ਕਾਫੀ ਹੱਦ ਤੱਕ ਅੰਤਰ ਵੇਖਣ ਨੂੰ ਮਿਲਿਆ। ਪਹਿਲਾ ਫਰਕ ਇਸ ਵਾਰ ਉਮਰ ਦਰਾਜ਼ ਦਿੱਗਜ ਨੇਤਾਵਾਂ ਨੂੰ ਜਗ੍ਹਾ ਮਿਲੀ ਹੈ। ਦੂਸਰਾ ਪਹਿਲੀ ਵਾਰ ਹੋਇਆ ਹੈ ਕਿ ਇੱਕ ਸਿੱਖ ਚਿਹਰਾ ਜਿਹੜਾ ਹੈ ਇਸ ਕਮੇਟੀ ਦੇ ਵਿੱਚ ਜੋੜਿਆ ਗਿਆ। ਇਕਬਾਲ ਸਿੰਘ ਲਾਲਪੁਰਾ ਜਿਹੜੇ ਕਿ ਸਾਬਕਾ ਆਈਪੀਐਸ ਨੇ ਔਰ ਰਿਟਾਇਰ ਹੋਣ ਤੋਂ ਬਾਅਦ 2012 ਦੇ ਵਿੱਚ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸਨ। ਬਹੁਤ ਸਾਰੇ ਵਿਸ਼ਲੇਸ਼ਕ ਇਹ ਵੀ ਕਹਿੰਦੇ ਨੇ ਕਿ ਸਿੱਖ ਚਿਹਰਾ ਜੋੜਨ ਦਾ ਇੱਕੋ ਇੱਕ ਮਕਸਦ ਬੀਜੇਪੀ ਦੇ ਕੋਲ ਸਿਰਫ ਪੰਜਾਬ ਦੇ ਵਿੱਚ ਆਪਣੀ ਜਗ੍ਹਾ ਮਜ਼ਬੂਤ ਕਰਨਾ ਹੈ। ਸਭ ਤੋਂ ਪਹਿਲਾ ਸਵਾਲ ਪੁੱਛਦੀ ਹਾਂ ਰਾਜੀਵ ਢੀਂਗਰਾ ਜੀ ਨੂੰ, ਤੁਹਾਨੂੰ ਕੀ ਲੱਗਦਾ ਜੋ ਵਿਸ਼ਲੇਸ਼ਕ ਕਹਿ ਰਹੇ ਨੇ ਕਿ ਸਿੱਖ ਚਿਹਰਾ ਇਸ ਵਾਰ ਜਿਹੜਾ ਨਾਲ ਜੋੜਿਆ ਗਿਆ ਉਹਦਾ ਕਾਰਨ ਇਹੀ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਆਪਣੀ ਇੱਕ ਜੜ੍ਹਾਂ ਜਿਹੜੀਆਂ ਮਜ਼ਬੂਤ ਕਰਨਾ ਚਾਹੁੰਦੀ ਹੈ, ਸੋ ਇਹੀ ਇੱਕ ਕਾਰਨ ਹੈ। ਜੀ ਰਾਜੀਵ ਜੀ। मैडम सब नाल पहले तो पंजाब लिए बहुत मान की गल है कि पंजाब का एक साडा बहुत ही सीनियर आगू केंद्रीय संसदीय बोर्ड दे विच शामिल होए ने और पिछले सालों दे विच उन्होंने अपने आप नूं साबित किया है। भारतीय जनता पार्टी दे विच अपनी लीडरशिप नूं साबित किया है। उन्होंने अपने काम नूं साबित किया है। IPS अफसर रहे, अज मौजूदा वो मिनोरिटी कमीशन के चेयरमैन ने, तो उन्होंने साबित भी किया और उन्होंने साबित करने तो बाद केंद्रीय नेतृत्व ने उन्होंने मान भी दिता और पंजाबीयत सारी पंजाबीयत नूं मान दिता है। जी जी सुरिंदरपाल जी, तुसी इस किस नजरिए नाल देखदे हो? देखो, सब तो वड्डी गल है कि नो डाउट हर पोलीटिकल पार्टी का एजेंडा हुंदा अपना और पंजाब दे विच जिवें कि सब नूं पता कि किसानी अंदोलन तो बाद भारतीय जनता पार्टी नूं संगठन के तौर पर वर्करां के तौर पर बहुत जमीनी पद्धर ते नुकसान होया। असीं वेखदे रहे हैं काफ़ी भारतीय जनता पार्टी के लीडरां ने पार्टी नूं अलविदा भी किया और किते ना किते पंजाब एक मिनोरिटी स्टेट है। पंजाब जिहड़ी है सिख स्टेट मन्नी जाती है जिथे भारी गिनती दे विच सिख समुदाय के लोग रहते हैं और भारतीय जनता पार्टी के ताज़ा नतीजे तुसीं 2014 तो बाद देख लो। 2014 ਦੇ ਵਿੱਚ ਜਦੋਂ पूरे देश ਦੇ ਵਿੱਚ नरेंद्र मोदी जी की लहर चल रही सी ते पंजाब ਦੇ ਵਿੱਚ आम आदमी पार्टी ਦੇ 4 MP जित गए सन और ਜਦੋਂ कांग्रेस ਦੇ भी 5 जित गए सन। ਜਦੋਂ 2019 ਦੀਆਂ ਚੋਣਾਂ ਆਈਆਂ ਉਸ ਦੌਰਾਨ ਵੀ ਕਾਂਗਰਸ ਦੇ 7-8 MP ਜਿੱਤ ਗਏ। ਭਾਰਤੀ ਜਨਤਾ ਪਾਰਟੀ ਦੇ ਸੰਨੀ ਦਿਓਲ ਤੇ ਇੱਕ ਸੋਮ ਪ੍ਰਕਾਸ਼ ਜੀ ਦੋ ਚੋਣਾਂ ਜਿੱਤ ਪਾਏ। ਅਕਾਲੀ ਦਲ ਵੀ ਜਿੱਤ ਨਹੀਂ ਪਾਇਆ ਔਰ ਕਿਤੇ ਨਾ ਕਿਤੇ ਹੁਣ ਜਿਹੜੀਆਂ 2024 ਦੀਆਂ ਚੋਣਾਂ ਆ ਰਹੀਆਂ ਹੁਣ ਅਕਾਲੀ ਦਲ ਵੀ ਲਾਲ ਨਹੀਂ ਹੈ। ਅਕਾਲੀ ਦਲ ਅੱਗੇ ਪੰਥਕ ਔਰ ਸਿੱਖ ਵੋਟ ਨੂੰ ਲੈ ਕੇ ਨਾਲ ਚੱਲਦਾ ਸੀ, ਬੀਜੇਪੀ ਦਾ ਪੂਰਾ ਸਮਰਥਨ ਹੁੰਦਾ ਸੀ। ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਇਹ ਵੀ ਪਤਾ ਕਿ ਅਕਾਲੀ ਦਲ ਦੇ ਜਾਣ ਦੇ ਨਾਲ ਸਾਡੇ ਕੋਲ ਸਿੱਖ ਵੋਟ ਜਿਹੜਾ ਸਿੱਖ ਪੰਥਕ ਵੋਟ ਹੈ ਜਿਹੜੀ ਸਿੱਖ ਸਮਾਜ ਦੀ ਹੋਰ ਜਿਹੜੀ ਗੁਰੂ ਘਰਾਂ ਨਾਲ ਵੀ ਜੁੜੀ ਪੰਥਕ ਉਹ ਸਾਡੇ ਤੋਂ ਕਿਤੇ ਨਾ ਖੁੰਝ ਗਈ ਹੈ ਔਰ ਨੋ ਡਾਊਟ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੀ ਤਾਕਤ ਲਗਾਈ ਜਾ ਰਹੀ ਹੈ। ਪੂਰੀ ਤਾਕਤ ਦੇ ਨਾਲ ਜ਼ਮੀਨੀ ਪੱਧਰ ਦੇ ਸੰਗਠਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਤੁਸੀਂ ਦੇਖੋ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਭਾਰਤੀ ਜਨਤਾ ਪਾਰਟੀ ਨੇ ज्वाइन कराया, राणा गुरमीत सिंह सोढी नूं कराया, गुरप्रीत कांगड़ नूं कराया। भारतीय जनता पार्टी ने फतेह जंग बाजवा नूं, हरदेव सिंह लाडी शेरो जिहड़ा लाडी ने अपने बलदेव सिंह लाडी उन्हां नूं भी MLA सीगे ज्वाइन कराया और जिहड़े सिख समाज के उगे लीडर ने उन्हां नाल नरेंद्र मोदी जी लगातार मीटिंगां कर रहे हैं जितों ये साफ है कि पंजाब दे विच पूरी तरह भारतीय जनता पार्टी ताकत झोकण की तैयारी कर रही है। दूसरी जिहड़ी गल है कि किते ना किते भारतीय जनता पार्टी नूं ये भी पता है कि असी जिहड़ी मिनोरिटी है सिख मिनोरिटी है असी इन्हां नूं दूर नहीं लैके चल सकते और क्योंकि तुसी पिछले कुछ भी समय तो देख लो हिंदू सिखां दी भाईचारक सांझ ने बहुत ਵੱਡੇ ਵੱਡੇ ਜਿਹੜੇ ਕੰਮ ਕੀਤੇ ਨੇ ਜਿਨ੍ਹਾਂ ਦੀਆਂ ਉਦਾਹਰਨਾਂ ਐਡੀਆਂ ਵੱਡੀਆਂ ਕਿ ਪੰਜਾਬ 'ਚੋਂ ਅੱਤਵਾਦ ਖਤਮ हिंदू सिख भाईचारे ने मिल के किया
ਸੋ ਜਿੱਥੇ ਜਿੱਥੇ ਹਿੰਦੂ ਸਿੱਖ ਭਾਈਚਾਰਾ ਮਿਲ ਕੇ ਚੱਲੇਗਾ ਉੱਥੇ ਉੱਥੇ ਜਿਹੜਾ ਵਾ ਉਹ ਹੋਰ ਨਵੇਂ ਤੁਹਾਨੂੰ ਰਸਤੇ ਜਿਹੜੇ ਆ ਉਹ ਦੇਖਣ ਨੂੰ ਮਿਲਣਗੇ। ਤੁਸੀਂ ਇਸ ਚੀਜ਼ਾਂ ਨੂੰ ਦੇਖੋ ਕਿ ਜਿਹੜਾ ਪੰਜਾਬ ਦੇ ਵਿੱਚ ਅਕਾਲੀ ਦਲ 25 ਸਾਲ ਰਾਜ ਕਰਕੇ ਗਿਆ, ਉਹ ਭਾਰਤੀ ਜਨਤਾ ਪਾਰਟੀ ਦੇ ਕਰਕੇ ਰਾਜ ਕਰਕੇ ਗਿਆ। ਅਕਾਲੀ ਦਲ ਇਕੱਲਾ ਰਾਜ ਨਹੀਂ ਕਰ ਸਕਦਾ। ਹਿੰਦੂ ਸਿੱਖ ਭਾਈਚਾਰੇ ਦਾ ਵੋਟ ਇਕੱਠਾ ਹੋਇਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰ ਸੂਬੇ ਦੇ ਮੁੱਖ ਮੰਤਰੀ ਬਣੇ। ਬਿਲਕੁਲ ਜੀ। ਸੋ ਕਿਤੇ ਨਾ ਕਿਤੇ ਬੀਜੇਪੀ ਨੂੰ ਲੱਗ ਰਿਹਾ ਕਿ ਅਸੀਂ ਹਿੰਦੂ ਪਾਰਟੀ ਆ, ਹਿੰਦੂਤਵ ਦੇ ਏਜੰਡੇ ਤੇ ਆ, ਲੇਕਿਨ ਸਾਨੂੰ ਸਿੱਖ ਸਮੁਦਾਇ ਨੂੰ ਨਾਲ ਲੈ ਕੇ ਚੱਲਣਾ ਜ਼ਰੂਰੀ ਹੈ। ਸੋ ਇਹ ਏਜੰਡਾ ਰਿਹਾ ਜਿਸ ਕਾਰਨ ਇਕਬਾਲ ਸਿੰਘ ਲਾਲਪੁਰਾ ਨੂੰ ਜਿਹੜਾ ਮੌਕਾ ਮਿਲਿਆ। ਅੱਛਾ, ਇੱਕ ਹੋਰ ਸਵਾਲ ਕਰਾਂਗੀ। ਵੱਡਾ ਉਲਟਫੇਰ ਕਿਹਾ ਜਾ ਰਿਹਾ ਕਿਉਂਕਿ ਇਹਦੇ ਵਿੱਚ ਨਿਤਿਨ ਗਡਕਰੀ ਤੇ ਸ਼ਿਵਰਾਜ ਨੂੰ ਇਸ ਵਾਰ ਨਹੀਂ ਵਿੱਚ ਸ਼ਾਮਲ ਕੀਤਾ ਗਿਆ। ਕੀ ਕਾਰਨ ਲੱਗਦੇ ਨੇ ਰਾਜੀਵ ਜੀ? ਦੇਖੋ ਸ਼ੀਤਲ ਜੀ, ਸਭ ਤੋਂ ਵੱਡੀ ਗੱਲ ਹੁੰਦੀ ਜਿਹੜੇ ਸੰਸਦੀ ਬੋਰਡ ਹੁੰਦਾ ਇਹਨੇ ਚੋਣਾਂ ਲੜਵਾਣੀਆਂ ਹੁੰਦੀਆਂ। ਇਹਦੇ ਵਿੱਚ ਪ੍ਰਧਾਨ ਮੰਤਰੀ ਜੀ ਨੂੰ ਤੇ ਜਿਹੜੇ ਆਪਣੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੁੰਦੇ ਉਹ ਚੇਅਰਮੈਨ ਹੁੰਦੇ ਬੋਰਡ ਦੇ, ਇਹਨਾਂ ਨੇ ਚੋਣਾਂ ਲੜਾਣੀਆਂ ਹੁੰਦੀਆਂ। ਤੁਸੀਂ ਮੈਕਸਿਮਮ ਚਿਹਰੇ ਉਹ ਦੇਖੋਗੇ ਜਿਨ੍ਹਾਂ ਨੇ ਖੁਦ ਚੋਣ ਨਹੀਂ ਲੜਨੀ। ਹੁਣ BL ਸੰਤੋਸ਼ ਜੀ ਆ, BL ਸੰਤੋਸ਼ ਜੀ ਸੰਗਠਨ ਮਹਾਮੰਤਰੀ ਆ, ਉਹ ਚੋਣ ਨਹੀਂ ਲੜਨਗੇ, ਉਹ ਲੜਾਣਗੇ। ਲਾਲਪੁਰਾ ਜੀ ਚੋਣ ਨਹੀਂ ਲੜਨਗੇ, ਲੜਾਣਗੇ। ਸੁਧਾ ਯਾਦਵ ਚੋਣ ਨਹੀਂ ਲੜਨਗੇ, ਲੜਾਣਗੇ। ਕਿ ਕਿਤੇ ਨਾ ਕਿਤੇ ਜਿਹੜਾ ਪਾਰਲੀਮੈਂਟ ਬੋਰਡ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਬੰਦੇ ਉਹ ਹੁੰਦੇ ਆ ਜਿਹੜੇ ਚੋਣਾਂ ਨੇ ਖੁਦ ਲੜਨ ਦੀ ਬਜਾਏ ਆਪਣੇ ਲੀਡਰਾਂ ਨੂੰ ਅੱਗੇ ਕਰਕੇ ਲੜਾਉਂਦੇ ਆ, ਪਿੱਛੇ ਰਣਨੀਤੀਕਾਰ ਬਣਦੇ ਆ। ਸੋ ਇਹ ਜਿਹੜੇ ਬਣਾਏ ਗਏ ਨੇ, ਕਿਉਂਕਿ ਹੁਣ ਗਡਕਰੀ ਜੀ ਨੇ ਚੋਣ ਲੜਨੀ ਹੈ, ਉਹਨਾਂ ਨੇ ਚੋਣ ਲੜਨੀ ਹੈ, ਇਸ ਕਰਕੇ ਉਹਨਾਂ ਨੂੰ ਉਹ ਆਪਣੇ ਕੌਂਸਟੀਚੁਐਂਸੀ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜਾ ਕੇ ਆਪਣਾ ਕੰਮ ਕਰ ਸਕਣ, ਫੀਲਡ ਵਿੱਚ ਕੰਮ ਕਰ ਸਕਣ। ਇਸ ਕਰਕੇ ਸੰਸਦੀ ਬੋਰਡ ਤੋਂ ਵਿੱਚੋਂ ਇਹ ਹਮੇਸ਼ਾ ਚੇਂਜ ਹੁੰਦਾ ਆਇਆ। ਜੀ ਬਿਲਕੁਲ। ਅੱਛਾ ਸੁਰਿੰਦਰਪਾਲ ਜੀ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦਾ ਏਜੰਡਾ ਹੈ ਕਿ ਆਪਣੇ ਏਜੰਡੇ ਤੇ ਹਰੇਕ ਪਾਰਟੀ ਕੰਮ ਕਰਦੀ ਹੈ, ਜਦੋਂ ਇਲੈਕਸ਼ਨ ਸਿਰ ਤੇ ਹੁੰਦੇ ਨੇ ਕੋਈ ਨਾ ਕੋਈ ਏਜੰਡਾ ਉਹਨਾਂ ਦਾ ਹੁੰਦਾ ਹੀ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਸ ਵਾਰ ਮੈਦਾਨ ਦੇ ਵਿੱਚ ਉਤਰਨਾ ਹੈ। ਸੋ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਤਾਂ ਪੂਰੀ ਹੋ ਰਹੀ ਹੈ, ਪਰ ਜਦੋਂ ਸਾਲ ਦੀ ਸ਼ੁਰੂਆਤ ਹੋਈ ਸੀ ਔਰ ਇਲੈਕਸ਼ਨ ਪੰਜਾਬ ਦੇ ਵਿੱਚ ਹੋਣ ਵਾਲੇ ਸੀ, ਆਪਾਂ ਨੂੰ ਯਾਦ ਹੋਊਗਾ ਪ੍ਰਧਾਨ ਮੰਤਰੀ ਜੀ ਦੀ ਫਿਰੋਜ਼ਪੁਰ ਦੀ ਇੱਕ ਫੇਰੀ ਸੀ ਜਿਹਦੇ ਵਿੱਚ ਉਹਨਾਂ ਨੂੰ ਲੋਕਾਂ ਦਾ ਰੋਸ ਵੇਖਣ ਨੂੰ ਮਿਲਿਆ ਸੀ ਔਰ ਕਾਫੀ ਕੰਟਰੋਵਰਸੀ, ਕਾਫੀ ਵਿਵਾਦ ਉਸ ਫੇਰੀ ਤੋਂ ਬਾਅਦ ਵੀ ਹੋਏ ਸਨ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਏਜੰਡਾ ਅਗਰ ਬੀਜੇਪੀ ਤੈਅ ਕਰ ਲੈਂਦੀ ਹੈ ਤਾਂ ਕੀ ਲੋਕਾਂ ਦੇ ਮਨਾਂ ਦੇ ਵਿੱਚ ਜਗ੍ਹਾ ਬਣ ਸਕਦੀ ਹੈ? ਕਿਉਂਕਿ ਖੇਤੀਬਾੜੀ ਬਿੱਲ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਕਾਫੀ ਰੋਸ ਹੈ। ਦੇਖੋ ਸਭ ਤੋਂ ਵੱਡੀ ਗੱਲ ਹੈ, ਖੇਤੀਬਾੜੀ ਬਿੱਲ ਰੱਦ ਹੋ ਚੁੱਕੇ ਆ। ਨਰਿੰਦਰ ਮੋਦੀ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਉੱਤੇ ਉਸ ਬਿੱਲਾਂ ਨੂੰ ਵਾਪਸ ਲਿੱਤਾ ਸੀ ਔਰ ਉਹਨਾਂ ਨੇ ਇਹ ਵੀ ਕਿਹਾ ਸੀ ਗਾਹੇ ਬੇਗਾਹੇ ਅਗਰ ਇਹ ਬਿੱਲਾਂ ਦੇ ਨਾਲ ਜਿਹੜੀ ਹੈ ਮੈਂ ਉਹਦੀ ਮਾਫੀ ਵੀ ਮੰਗਦਾ, ਜੇ ਮੇਰੇ ਤੋਂ ਗਲਤ ਸਾਡੀ ਸਰਕਾਰ ਤੋਂ ਗਲਤੀ ਹੋਈ ਹੈ ਉਹਦੀ ਮਾਫੀ ਵੀ ਮੰਗਦੇ। ਬਹੁਤ ਵੱਡੀ ਗੱਲ ਹੈ, ਛੋਟੀ ਗੱਲ ਨਹੀਂ ਹੈ। ਦੂਜੀ ਜਿਹੜੀ ਗੱਲ ਹੈ ਕਿ ਜਿਹੜੇ ਬਿੱਲ ਹੈ ਉਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ। ਹੁਣ ਬਿੱਲਾਂ ਦੇ ਵਿੱਚ ਕੀ ਸੀਗਾ ਕਿ ਤੁਸੀਂ ਪ੍ਰਾਈਵੇਟ ਮੰਡੀਆਂ ਤੇ ਪ੍ਰਾਈਵੇਟ ਸੈਕਟਰ ਨੂੰ, ਕਾਰਪੋਰੇਟ ਸੈਕਟਰ ਨੂੰ ਫਸਲ ਨਹੀਂ ਵੇਚਣੀ। ਹੁਣ ਤਾਂ ਬਿੱਲ ਰੱਦ ਹੋ ਗਿਆ। ਐਤਕੀ ਵੀ ਜਿਹੜੀ ਕਣਕ ਹੈਗੀ ਉਸ ਉੱਤੇ ਜਾ ਕੇ ਸੀਲੋ ਤੇ ਵੇਚਦੇ ਨਜ਼ਰ ਆਏ ਨੇ। ਅਡਾਨੀ ਦੇ ਸੀਲੋ ਦੇ ਬਾਹਰ ਲਾਈਨਾਂ ਲੱਗੀਆਂ ਰਹੀਆਂ ਨੇ। ਸੋ ਕਿਤੇ ਨਾ ਕਿਤੇ ਉਦੋਂ ਪੋਲੀਟੀਸਾਈਜ਼ ਵੀ ਹੋਇਆ, ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਪੋਲੀਟੀਸਾਈਜ਼ ਹੋਇਆ, ਆਮ ਆਦਮੀ ਪਾਰਟੀ ਜਿਹੜੀ ਹੈ ਉਹਦੇ ਵੱਲੋਂ ਵੀ ਪੋਲੀਟੀਸਾਈਜ਼ ਹੋਇਆ, ਕਿਉਂਕਿ ਦਿੱਲੀ 'ਚ ਸਰਕਾਰ ਸੀ, ਪੰਜਾਬ 'ਚ ਸਰਕਾਰ ਬਣਾਉਣੀ ਸੀ। ਮਾਲਵੇ 'ਚੋਂ ਸਭ ਤੋਂ ਜ਼ਿਆਦਾ ਕਿਸਾਨ ਜਿਹੜਾ ਉਹਨੇ ਸ਼ਿਰਕਤ ਕੀਤੀ ਸੀ ਉਸ ਅੰਦੋਲਨ ਦੇ ਵਿੱਚ। ਤੁਹਾਨੂੰ ਯਾਦ ਹੋਣਾ ਸਾਰੀਆਂ ਚੀਜ਼ਾਂ ਦਾ। ਬਿੱਲ ਵਾਪਸ ਹੋ ਚੁੱਕੇ ਆ, ਲੇਕਿਨ ਦੂਸਰੀ ਜਿਹੜੀ ਗੱਲ ਹੈਗੀ ਹੈ ਕਿ ਉਹਦੇ ਨਾਲ ਕੁਝ ਜਿਹੜੀਆਂ ਦੂਰੀਆਂ ਭਾਰਤੀ ਜਨਤਾ ਪਾਰਟੀ ਦੀਆਂ ਕਿਸਾਨਾਂ ਦੇ ਨਾਲ ਜਾਂ ਲੋਕਾਂ ਦੇ ਵਿੱਚ ਇੱਕ ਅਗਰੈਸ਼ਨ ਪੈਦਾ ਹੋ ਗਿਆ ਸੀ, ਉਹ ਦੂਰੀਆਂ ਕਾਫੀ ਹੱਦ ਤੱਕ ਖਤਮ ਵੀ ਹੁੰਦੀਆਂ ਨਜ਼ਰ ਆਈਆਂ। ਔਰ ਕਿਉਂਕਿ ਲਗਾਤਾਰ ਹੁਣ ਭਾਰਤੀ ਜਨਤਾ ਪਾਰਟੀ ਦੇ ਲੀਡਰ ਪੰਜਾਬ ਦੇ ਵਿੱਚ ਕੇਂਦਰੀ ਮੰਤਰੀ ਸਾਧਵੀ ਨਿਰੰਜਨਾ ਜੀ ਹੈ, ਹਰਪ੍ਰੀਤ ਪੁਰੀ ਜੀ ਹੈ, ਲਗਾਤਾਰ ਆ ਜਾ ਰਹੇ ਨੇ, ਕਿਤੇ ਕੋਈ ਵਿਰੋਧ ਨਹੀਂ ਹੋ ਰਿਹਾ। ਹੁਣ ਜਿਹੜੀ ਹੈ ਉਹ ਮੂਵ ਉਦੋਂ ਅਗਰੈਸ਼ਨ ਵਾਲੀ ਸੀ, ਉਹ ਮੂਵ ਖਤਮ ਹੋ ਚੁੱਕੀ ਹੋਈ ਹੈ। ਪਰ ਸੁਰਿੰਦਰਪਾਲ ਜੀ, MSP ਦੀ ਗਾਰੰਟੀ ਨੂੰ ਲੈ ਕੇ ਤਾਂ ਮਸਲਾ ਹਜੇ ਵੀ ਹੱਲ ਨਹੀਂ ਹੋਇਆ। ਦੇਖੋ ਮਸਲੇ ਫਸਲਾਂ ਦੇ ਜਿਹੜੇ ਆ ਨਾ ਮਸਲੇ ਪੂਰੇ ਦੇਸ਼ ਨੂੰ ਦੇਖ ਕੇ ਲਾਗੂ ਕੀਤੇ ਜਾਣੇ ਆ। ਹੁਣ ਜੇ ਤੁਸੀਂ ਕਹੋ ਕਿ ਕੱਲਾ ਪੰਜਾਬ ਕ੍ਰਿਸ਼ੀ ਪ੍ਰਧਾਨ ਪ੍ਰਦੇਸ਼ ਹੈਗਾ, ਇਹ ਨਹੀਂ ਆ। ਹੁਣ ਮੱਧ ਪ੍ਰਦੇਸ਼ ਦੀ ਕਣਕ ਪੰਜਾਬ ਦੇ ਬਰਾਬਰ ਉੱਗ ਰਹੀ ਹੈ ਤੇ ਪੰਜਾਬ ਦੇ ਬਰਾਬਰ ਵਿਕ ਰਹੀ ਹੈ। ਬਿਹਾਰ ਦੇ ਵਿੱਚ ਵੀ ਹੁਣ ਜਿਹੜਾ ਚਾਵਲ ਹੈ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ, ਉੱਥੋਂ ਦਾ ਝੋਨਾ ਵੀ। ਤੇ ਇਹ ਕਿਤੇ ਨਾ ਕਿਤੇ MSP ਜਿਹੜੀ ਆ ਉਹ ਸੂਬਿਆਂ ਦੀਆਂ ਰਿਕੋਮੈਂਡੇਸ਼ਨਸ ਔਰ ਬਾਕੀ ਚੀਜ਼ਾਂ ਨੂੰ ਦੇਖ ਕੇ ਤੈਅ ਕਰਨੀ। ਅੱਗੇ ਕਿਸਾਨੀ ਸਿਰਫ ਪੰਜਾਬ 'ਚ ਹੁੰਦੀ ਸੀ, ਹੁਣ ਕਿਸਾਨੀ ਜਾ ਕੇ ਦੇਖੋ ਮੱਧ ਪ੍ਰਦੇਸ਼ ਦੀ ਕਣਕ ਪੰਜਾਬ ਦੇ ਲੋਕ ਖਾਂਦੇ ਪਏ ਆ। ਇੰਨੀ ਵਧੀਆ ਕਣਕ ਆ ਰਹੀ ਉੱਥੋਂ, ਆ ਰਹੀ ਹੈ ਨਾ। ਤੇ ਹੁਣ ਇਸ ਦਾ ਮਤਲਬ ਆਲੂ ਅੱਗੇ ਅਸੀਂ ਉਗਾਉਂਦੇ ਸੀ, ਹੁਣ ਆਲੂ ਬਾਹਰ ਉੱਗਣ ਲੱਗ ਪਿਆ। ਅੱਗੇ ਅਸੀਂ ਭੇਜਦੇ ਸੀ, ਹੁਣ ਬਾਹਰਲੀਆਂ ਸਟੇਟਾਂ 'ਚ ਉੱਗ ਕੇ ਜਾ ਰਿਹਾ। ਸੋ ਕਿਤੇ ਨਾ ਕਿਤੇ ਹੁਣ ਪੂਰੇ ਦੇਸ਼ ਦੀਆਂ ਫਸਲਾਂ ਨੂੰ ਲੈ ਕੇ
ਜਿਹੜਾ ਵਾ ਉਹ ਫੈਸਲੇ ਹੋਣੇ ਆ। ਹੁਣ ਜਿਵੇਂ ਕੱਲ ਵਿਆਜ ਦੇ ਉੱਤੇ 1.5% ਦੀ ਅਨੁਰਾਗ ਠਾਕੁਰ ਜੀ ਨੇ ਛੂਟ ਦਿੱਤੀ ਹੈ ਕਿਸਾਨਾਂ ਨੂੰ, ਉਹ ਪੂਰੇ ਦੇਸ਼ ਪੱਧਰ ਦੇ ਉੱਤੇ ਉਹਦਾ ਫੈਸਲਾ ਹੋਇਆ, ਇਕੱਲੇ ਇੱਕ ਸੂਬੇ ਤੇ ਫੈਸਲਾ ਨਹੀਂ ਹੋਇਆ। ਜੀ ਜੀ ਅੱਛਾ, ਰਾਜੀਵ ਜੀ ਸਾਡੇ ਨਾਲ ਜੁੜੇ ਹੋਏ ਨੇ, ਗੱਲ ਕਰਦੇ ਆ। ਜਦੋਂ ਖੇਤੀ ਕਾਨੂੰਨ ਰੱਦ ਹੋਏ ਸਨ, ਉਦੋਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਦੋਂ ਇਹਨਾਂ ਨੂੰ ਰੱਦ ਕੀਤਾ, ਔਰ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਛੋਟਾ ਜਿਹਾ। ਉਹਨਾਂ ਨੇ ਕਿਹਾ ਸੀ ਕਿ ਕੁਝ ਕੁ ਕਿਸਾਨਾਂ ਨੂੰ ਅਸੀਂ ਇਹ ਕਾਨੂੰਨ ਸਮਝਾ ਨਹੀਂ ਪਾਏ, ਔਰ ਉਦੋਂ ਵੀ ਇਸ ਗੱਲ ਦਾ ਬੜਾ ਵਿਵਾਦ ਉੱਠਿਆ ਸੀ ਰਾਜੀਵ ਜੀ ਕਿ ਕੁਝ ਕੁ ਕਿਸਾਨ ਕਿਉਂ ਕਹੇ ਗਏ ਨੇ, ਯਾਨੀ ਕਿ ਬਾਕੀ ਦੇ ਹਿੰਦੁਸਤਾਨ ਦੇ ਜਿਹੜੇ ਕਿਸਾਨ ਨੇ ਦੂਜੀਆਂ ਸਟੇਟਾਂ ਦੇ ਵਿੱਚ ਉਹ ਸਮਝ ਚੁੱਕੇ ਨੇ। ਸੋ ਇਹਨੂੰ ਲੈ ਕੇ ਵੀ ਬੜਾ ਵਿਵਾਦ ਸੀਗਾ। ਰਾਜੀਵ ਜੀ, ਤੁਸੀਂ ਉਹਨਾਂ ਦੇ ਇਸ ਬਿਆਨ ਦੇ ਉੱਤੇ ਥੋੜੀ ਜਿਹੀ ਐਕਸਪਲੇਨੇਸ਼ਨ ਦੇ ਸਕਦੇ ਹੋ? ਪ੍ਰਧਾਨ ਮੰਤਰੀ ਜੀ ਨੇ ਆਪਣੀ ਗੱਲ ਦੇ ਵਿੱਚ ਇਹ ਗੱਲ ਕਹੀ ਸੀ, ਜਦੋਂ ਅਸੀਂ ਇਹ ਬਿੱਲ ਲਿਆਂਦਾ ਸੀਗਾ, ਸਾਡਾ ਜਿਹੜਾ ਮਨ ਪਵਿੱਤਰ ਸੀਗਾ, ਅਸੀਂ ਸ਼ੁੱਧ ਮਨ ਦੇ ਨਾਲ ਇਹ ਬਿੱਲ ਲਿਆਂਦਾ ਸੀਗਾ, ਔਰ ਅਸੀਂ ਪ੍ਰਯਾਸ ਵੀ ਕੀਤਾ ਇਸ ਬਿੱਲ ਦੇ ਵਿੱਚ, ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਬਿੱਲ ਜਿਹੜਾ ਹੈਗਾ ਕਿਸਾਨਾਂ ਦੇ ਹਿੱਤ ਦੇ ਵਿੱਚ ਹੈ। ਲੇਕਿਨ ਕੁਝ ਕਿਸਾਨਾਂ ਨੂੰ ਅਸੀਂ ਸਮਝਾ ਨਹੀਂ ਸਕਦੇ। ਇੱਕ ਗੱਲ ਦਾ ਪਾਰਟ ਸੀਗਾ ਜਿਹੜੀ ਉਹਨਾਂ ਨੇ ਗੱਲ ਕੀਤੀ, ਉਸ ਗੱਲ ਦਾ ਪਾਰਟ ਸੀ ਵੀ ਅਸੀਂ ਕੁਝ ਕਿਸਾਨਾਂ ਨੂੰ ਸਮਝਾ ਨਹੀਂ ਸਕੇ। ਲੇਕਿਨ ਸਭ ਨਾਲੋਂ ਵੱਡੀ ਗੱਲ ਹੈ, ਕੁਝ ਕਿਸਾਨਾਂ ਨੂੰ ਸਮਝਾ ਨਾ ਸਕਣ ਦੇ ਬਾਵਜੂਦ ਸਾਰੇ ਦੇਸ਼ ਦੇ ਉਹ ਕਾਨੂੰਨ ਵਾਪਸ ਲਿੱਤੇ ਗਏ ਮੋਦੀ ਨੇ ਬਹੁਤ ਵੱਡਾ ਮਨ ਕਰਕੇ, ਔਰ ਉਹ ਕੁਝ ਕਿਸਾਨਾਂ ਦਾ ਮਾਣ ਰੱਖਿਆ ਉਹਨਾਂ ਨੇ। ਜੇ ਅਗਰ ਸਾਰੇ ਮੰਨਦੇ ਤੇ ਸਮਝ ਲਓ ਕਿ ਫਿਰ ਤਾਂ ਕਾਨੂੰਨ ਕੇ, ਲੇਕਿਨ ਹਰ ਵਿਅਕਤੀ ਦਾ ਵਿਰੋਧ ਦਾ ਉਹਨਾਂ ਨੇ ਮਾਨ ਰੱਖਿਆ ਵੀ ਇਹ ਵਿਰੋਧ ਹੋ ਰਿਹਾ, ਅਸੀਂ ਇਨ ਫਿਊਚਰ ਦੇ ਵਿੱਚ ਜਿੱਦਾਂ ਕਿਸਾਨ ਕਹਿਣਗੇ ਉਦਾਂ ਉਹਨਾਂ ਨੇ ਕਿਹਾ ਵੀ ਅੱਗੋਂ ਵੀ ਇਨ ਫਿਊਚਰ ਦੇ ਵਿੱਚ ਅਸੀਂ ਕਮੇਟੀ ਬਣਾਈ ਹੈ, ਹੁਣ ਵੀ ਉਸ ਦੀ ਗੱਲ ਚੱਲ ਰਹੀ ਹੈ। ਲੇਕਿਨ ਇਹ ਇੱਕ ਛੋਟਾ ਜਿਹਾ ਬਿਆਨ ਨਹੀਂ ਸੀ, ਇੱਕ ਲੰਬਾ ਬਿਆਨ ਸੀਗਾ, ਉਹਦੇ ਵਿੱਚ ਇੱਕ ਛੋਟੇ ਜਿਹੇ ਸ਼ਬਦ ਸੀ ਕੁਝ ਕਿਸਾਨਾਂ ਨੂੰ ਸਮਝਾਉਣ। ਜੀ ਅੱਛਾ ਸੁਰਿੰਦਰਪਾਲ ਜੀ, ਲਖੀਮਪੁਰ ਖੀਰੀ ਦੀ ਘਟਨਾ ਆਪਾਂ ਨੂੰ ਯਾਦ ਹੈ, ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਵਾਪਰੀ ਸੀ, ਔਰ ਇਹਨੂੰ ਲੈ ਕੇ ਵੀ ਇੱਕ ਪਾਸੇ ਅੰਦੋਲਨ ਚੱਲ ਰਿਹਾ ਸੀ ਦਿੱਲੀ ਦੇ ਉੱਤੇ, ਔਰ ਦੂਜੇ ਪਾਸੇ ਲਖੀਮਪੁਰ ਖੀਰੀ ਦੇ ਵਿੱਚ ਘਟਨਾ ਹੁੰਦੀ, ਔਰ ਇਹਦੇ ਵਿੱਚ ਬੀਜੇਪੀ ਦੇ ਹੀ ਇੱਕ ਆਗੂ ਜਿਹੜੇ ਨੇ, ਔਰ ਉਹਨਾਂ ਦਾ ਬੇਟਾ ਦਾ ਨਾਮ ਹੈ, ਉਹਨਾਂ ਦੇ ਪੁੱਤਰ ਦਾ ਨਾਮ ਹੈ, ਔਰ ਉਹਨਾਂ ਦੇ ਬਾਰੇ ਵੀ ਬੜੇ ਸਵਾਲ ਜਿਹੜੇ ਉੱਠੇ ਸਨ ਕਿ ਬੀਜੇਪੀ ਕਿਉਂ ਨਹੀਂ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚੋਂ ਬਾਹਰ ਕੱਢਦੀ। ਔਰ ਹੁਣ ਵੀ ਕੱਲ ਦੀ ਖਬਰ ਹੈ ਕਿ ਲਖੀਮਪੁਰ ਖੀਰੀ ਘਟਨਾ ਨੂੰ ਲੈ ਕੇ ਕਿਸਾਨ ਇੱਕ ਵਾਰ ਫਿਰ ਤੋਂ ਇਕੱਠੇ ਹੋ ਰਹੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਇੱਕ ਸੰਘਰਸ਼ ਇੱਕ ਪਾਸੇ ਚੱਲ ਰਿਹਾ ਔਰ ਦੂਜੇ ਪਾਸੇ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਔਰ ਪੰਜਾਬ, ਯੂਪੀ, ਹਰਿਆਣਾ, ਹਿਮਾਚਲ, ਇਹਨਾਂ ਸਟੇਟਾਂ ਦੇ ਵਿੱਚ ਬੀਜੇਪੀ ਨੂੰ ਲੈ ਕੇ, ਕੇਂਦਰ ਨੂੰ ਲੈ ਕੇ ਲੋਕ ਜਿਹੜੇ ਨੇ ਕਾਫੀ ਉਦਾਸੀ ਨੇ, ਔਰ ਇਸ ਤਰ੍ਹਾਂ ਦੇ ਝੰਡੇ ਜੇਕਰ ਬਣਾਏ ਲੈ ਜਾਂਦੇ ਨੇ, ਇੱਕ ਸਿੱਖ ਚਿਹਰਾ ਜੋੜ ਲਿਆ ਜਾਂਦਾ ਹੈ ਕਿ ਬੀਜੇਪੀ ਆਪਣਾ ਗਵਾ ਚੁੱਕੀ ਅਕਸ ਵਾਪਸ ਪਾ ਸਕਦੀ ਹੈ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਨੂੰ ਨਹੀਂ ਪਤਾ ਸੀ ਕਿ 2014 ਦੇ ਵਿੱਚ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਜਾਣਗੇ। ਕਿਸੇ ਨੂੰ ਨਹੀਂ ਪਤਾ ਸੀ ਕਿ ਇੰਦਰਾ ਗਾਂਧੀ ਉਸ ਲਹਿਰ ਦੇ ਵਿੱਚ ਚੋਣ ਹਾਰ ਜਾਏਗੀ ਜਦੋਂ ਹਿੰਦੁਸਤਾਨ 'ਚ ਕਾਂਗਰਸ ਤੋਂ ਇਲਾਵਾ ਕੋਈ ਦੂਜੀ ਪਾਰਟੀ ਨਹੀਂ ਸੀ। ਕਿਸੇ ਨੂੰ ਨਹੀਂ ਪਤਾ ਸੀ ਕਿ ਭਾਰਤੀ ਜਨਤਾ ਪਾਰਟੀ 2 MP ਤੋਂ ਲੈ ਕੇ ਅੱਜ ਲੋਕ ਸਭਾ ਦੇ ਵਿੱਚ ਵਨ ਸਾਈਡਡ ਰਾਜ ਕਰੇਗੀ। ਸਿਆਸਤ ਦੇ ਵਿੱਚ ਬੜੇ ਉਲਟ ਫੇਰ ਹੁੰਦੇ। ਕਿਸੇ ਨੇ ਸੋਚਿਆ ਸੀ ਕੈਪਟਨ ਅਮਰਿੰਦਰ ਸਿੰਘ ਚੋਣ ਹਾਰ ਜਾਣਗੇ? ਕਿਸੇ ਨੇ ਸੋਚਿਆ ਸੀ ਪ੍ਰਕਾਸ਼ ਸਿੰਘ ਬਾਦਲ ਚੋਣ ਹਾਰ ਜਾਣਗੇ, ਸੁਖਬੀਰ ਸਿੰਘ ਬਾਦਲ ਚੋਣ ਹਾਰ ਜਾਏਗਾ, ਵਿਕਰਮ ਮਜੀਠੀਆ ਹਾਰ ਜਾਏਗਾ? ਪਤਾ ਤੇ ਵੀ ਲੋਕ ਲਹਿਰ ਜੀ ਕਿ ਅਚਾਨਕ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਮੁੱਖ ਮੰਤਰੀ ਬਣਾ ਦਿੱਤਾ ਜਾਵੇਗਾ, ਸ਼ਾਇਦ ਉਹਨਾਂ ਨੇ ਵੀ ਨਹੀਂ ਸੀ ਸੋਚਿਆ। ਸੋ ਸਿਆਸਤ ਦੇ ਵਿੱਚ ਕੁਝ ਵੀ ਪੋਸੀਬਲ ਹੈ। ਬਾਕੀ ਰਹੀ ਜਿਹੜੀ ਗੱਲ, ਦੇਖੋ ਨਰਿੰਦਰ ਮੋਦੀ ਜੀ ਦੀ ਕੁਝ ਚੀਜ਼ਾਂ ਦੇ ਵਿੱਚ ਬਹੁਤ ਜੇ ਆਪਾਂ ਚੱਲ ਰਹੀ ਹੈ ਕਿ ਜਿਹੜੇ ਸਿੱਖ ਸਮਾਜ ਲਈ ਇਹਨਾਂ ਨੇ ਬਹੁਤ ਕੁਝ ਕੀਤਾ ਹੈ ਪਿਛਲੇ ਕੁਝ 3-4 ਸਾਲਾਂ 'ਚ। ਜੇ ਤੁਸੀਂ ਪਿਛੋਕੜ ਵੱਲ ਜਾ ਕੇ ਦੇਖੋ ਕਿ ਲਾਲ ਕਿਲਾ, ਜਿੱਥੋਂ ਸ਼੍ਰੀ ਅਰਜਨ ਦੇਵ ਜੀ ਦਾ, ਗੁਰੂ ਮਹਾਰਾਜ ਜੀ ਦਾ ਸਿਰ ਕਲਮ ਕਰਨ ਦਾ ਫਤਵਾ ਜਾਰੀ ਹੋਇਆ ਸੀ ਔਰੰਗਜ਼ੇਬ ਵੱਲੋਂ, ਉਸ ਕਿਲੇ ਦੇ ਵਿੱਚ ਜਾ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪਰਵ ਮਨਾਉਣਾ ਇਹ ਕੋਈ ਛੋਟੀ ਗੱਲ ਨਹੀਂ ਹੈ। ਪਹਿਲੀ ਵਾਰ ਇਤਿਹਾਸ ਲਿਖਿਆ ਗਿਆ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਸ ਇਤਿਹਾਸ ਜਿਹੜਾ ਔਰੰਗਜ਼ੇਬ ਦਾ ਸੀ ਉਹਦੇ ਪੈਰਲਲ ਇਹ ਵੀ ਪੜ੍ਹਨਗੀਆਂ ਕਿ ਇਸੇ ਲਾਲ ਕਿਲੇ ਦੇ ਵਿੱਚ 2022 ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪਰਵ ਮਨਾਇਆ। ਇਹ ਵੀ ਤੁਸੀਂ ਦੇਖਣਾ ਕਿ ਜਿਹੜਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ ਉਹਨੂੰ ਵੀਰ ਬਾਲ ਦਿਵਸ ਘੋਸ਼ਿਤ ਕੀਤਾ। ਇਹ ਗੱਲਾਂ ਜਿਹੜੀਆਂ, ਉਸ ਤੋਂ ਇਲਾਵਾ ਹੋਰ ਬਹੁਤ ਨੇ। ਸ਼੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ, ਕਿਸੇ ਨੇ ਸੋਚਿਆ ਸੀ ਪਾਕਿਸਤਾਨ ਨਾਲ ਇੰਨੀ ਲੜਾਈ ਚੱਲ ਰਹੀ ਹੈ, ਰੋਜ਼ ਅਸੀਂ ਇੱਕ ਦੂਜੇ ਦੇ ਸੈਨਿਕ ਮਾਰ ਰਹੇ ਹਾਂ ਤੇ ਪਾਕਿਸਤਾਨ ਦੇ ਵਿੱਚੋਂ ਸਾਨੂੰ ਜਾ ਕੇ ਰਸਤਾ ਮਿਲੇਗਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਦਾ? ਸੋ ਕਿਤੇ ਨਾ ਕਿਤੇ ਜਿਹੜਾ ਸਿੱਖ ਸਮਾਜ ਹੈ, ਕਿਸੇ ਨੇ ਸੋਚਿਆ ਸੀ ਵੀ ਜਿਹੜੇ ਬਾਹਰ ਬੈਠੇ ਨੇ ਟੈਰਰਿਸਟ, ਕਾਲੀ ਸੂਚੀ ਦੇ ਵਿੱਚ ਜਿਨ੍ਹਾਂ ਦੇ ਨਾਮ ਨੇ, ਜਿਹੜੇ ਅੱਤਵਾਦ ਤੋਂ ਬਾਅਦ ਪੰਜਾਬ ਨਹੀਂ ਪਰਤ ਸਕੇ, ਉਹ ਸੂਚੀ ਨੂੰ ਖਤਮ ਕੀਤਾ ਜਾਏਗਾ, ਖਤਮ ਕਰਕੇ ਉਹਨਾਂ ਨੂੰ ਵਾਪਸੀ ਕਰਾਈ ਗਈ। ਸੋ ਕਿਤੇ ਨਾ ਕਿਤੇ ਸਿੱਖ ਸਮਾਜ ਦੇ ਨਾਲ
ਨਰਿੰਦਰ ਮੋਦੀ ਜੀ ਦਾ ਗਹਿਰਾ ਜਿਹੜਾ ਉਹ ਆਪਣਾ ਉਹਨਾਂ ਨੂੰ ਭਾਵਨਾਤਮਕ ਜੀਵਾਂ ਕਹਿ ਦਈਏ, ਇਮੋਸ਼ਨਲ ਤੌਰ ਤੇ ਕਹਿ ਦਈਏ, ਆਪਾਂ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਆ। ਜਿਹੜੀ 1984 ਦੇ ਕਾਂਗਰਸ ਦੇ ਦੰਗੇ ਹੋਏ ਸੀ ਸਿੱਖਾਂ ਦੇ ਨਾਲ, ਅੱਜ ਦੇਖੋ ਅੰਦਰ ਬੈਠੇ ਨੇ ਜਿਨ੍ਹਾਂ ਨੇ ਦੰਗੇ ਕਰਾਏ ਸੀ, ਇੰਨੇ ਸਾਲ ਇਨਸਾਫ ਹੀ ਨਹੀਂ ਮਿਲਿਆ। ਹੁਣ ਜਾ ਕੇ ਇਨਸਾਫ ਮਿਲਿਆ ਤੇ ਬੰਦੇ ਸੱਜਣ ਅੰਦਰ ਬੈਠੇ ਨੇ, ਸੱਜਣ ਕੁਮਾਰ ਹੋਰੀ ਅੰਦਰ ਬੈਠੇ ਨੇ, ਠੀਕ ਹੈ ਨਾ। ਸੋ ਇਹ ਚੀਜ਼ਾਂ ਨੂੰ ਸਮਝਣਾ ਪਏਗਾ ਕਿ ਠੀਕ ਹੈ, ਇੱਕ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਨੇ, ਹਿੰਦੂਤਵ ਵਾਲੀ ਪਾਰਟੀ ਦੀ ਗੱਲ ਕਰਦੇ ਨੇ, ਲੇਕਿਨ ਸਿੱਖ ਸਮਾਜ ਲਈ ਜਿੰਨੇ ਕੰਮ ਇਸ ਸਰਕਾਰ 'ਚ ਕੀਤੇ ਜਾ ਰਹੇ ਨੇ ਉਹ ਬਹੁਤ ਕਿਤੇ ਨਾ ਕਿਤੇ ਕਾਂਗਰਸ ਦੀਆਂ ਇੰਨੀਆਂ ਸਰਕਾਰਾਂ ਗਈਆਂ, ਜ਼ਰੂਰ ਪੋਲੀਟੀਕਲ ਪੋਸਟਾਂ ਤੇ ਬਿਠਾਏ ਹੋਣੇ, ਲੇਕਿਨ ਗੱਲ ਪ੍ਰੈਕਟੀਕਲ ਕਰਕੇ ਦੇਣ ਦੀ ਵੀ ਹੈ। ਪ੍ਰੈਕਟੀਕਲ ਕਰਕੇ ਅੱਗੇ ਕੰਮ ਨੂੰ ਦੇਣਾ, ਅਮਲੀ ਜਾਮਾ ਪਹਿਨਾਣਾ ਵੀ ਹੈ। ਔਰ ਇਦਾਂ ਦੇ ਕੰਮਾਂ ਦੀ ਬੜੀ ਲੰਬੀ ਲਿਸਟ ਹੈ, ਜੇ ਆਪਾਂ ਲਿਸਟ ਨੂੰ ਪੜਾਂਗੇ ਤਾਂ ਬਹੁਤ ਲੰਬਾ ਹੋ ਜਾਏਗਾ। ਡਾਕ ਟਿਕਟ ਜਾਰੀ ਕੀਤੀ ਗਈ ਹੈ ਗੁਜਰਾਤ ਵਿੱਚ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਹਸਪੀਟਲ ਤੇ ਕਾਲਜ ਬਣਾਇਆ ਗਿਆ। ਔਰ ਇਸ ਚੀਜ਼ਾਂ ਨੂੰ ਸਮਝਣਾ ਪਏਗਾ ਕਿ ਅੰਮ੍ਰਿਤਸਰ ਨੂੰ ਆਪਾਂ ਹੌਲੀ ਸਿਟੀ ਦਾ ਦਰਜਾ ਦਿੱਤਾ ਹੈ, ਉੱਥੇ ਪੈਸਾ ਖਰਚ ਕਰ ਰਹੀ ਹੈ ਸੈਂਟਰ ਗਵਰਨਮੈਂਟ, ਜਿਹੜੀ ਸਪਿਰਿਚੁਅਲ ਸਿਟੀ ਮੰਨੀ ਜਾਂਦੀ ਹੈ ਸਿੱਖਾਂ ਦੀ। ਸੋ ਕਿਤੇ ਨਾ ਕਿਤੇ ਚੀਜ਼ਾਂ ਨੂੰ ਸਮਝਣਾ ਪਏਗਾ ਕਿ ਜਿਹੜੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਕੇਂਦਰ ਕਿਉਂ ਚੁੱਪ ਹੈ। ਨਹੀਂ ਦੇਖੋ, ਬੰਦੀ ਸਿੱਖਾਂ ਦੀ ਰਿਹਾਈ ਲਈ ਗਿਆਪਨ ਦਿੱਤੇ ਜਾ ਰਹੇ ਆ, ਲੇਕਿਨ ਗੱਲ ਇਹ ਹੈਗੀ ਹੈ ਕਿ ਬੰਦੀ ਸਿੱਖਾਂ ਦੇ ਉੱਤੇ ਅੱਜ ਜਿਹੜਾ ਮਸਲਾ ਇਹ ਉੱਠਿਆ, ਕੇਂਦਰ ਸਰਕਾਰ ਇਹਨੂੰ ਗੰਭੀਰਤਾ ਨਾਲ ਲਏਗੀ ਵੀ ਹੈ, ਲੈ ਵੀ ਰਹੀ ਹੈ। ਜੋ ਮੈਨੂੰ ਇਨਪੁਟ ਮਿਲ ਰਹੇ ਆ ਕਿ ਖਾਸ ਕਰਕੇ ਕੁਝ ਲੋਕ ਜਿਹੜੇ ਉੱਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇੰਨੇ ਸਾਲਾਂ ਬਾਅਦ ਬੰਦੀ ਸਿੱਖ ਨਜ਼ਰ ਆ ਗਏ, ਉਹਨਾਂ ਦੀ ਆਪਣੀ ਸਰਕਾਰ 'ਚ ਤਾਂ ਪਰਚੇ ਦੇ ਕੇ ਅੰਦਰ ਕੀਤੇ ਹੋਏ ਆ ਬੰਦੇ ਸਾਰੇ। ਹੁਣ ਇਹ ਪੋਲੀਟੀਸਾਈਜ਼ ਜਿਹੜਾ ਖਤਮ ਹੋ ਜੇ ਤੇ ਇਹ ਆਪਣੇ ਆਪ ਜਿਹੜਾ ਵਾ ਬੰਦੀ ਸਿੰਘਾਂ ਦੀ ਰਿਹਾ ਹੋ ਜਾਣੀ ਹੈ, ਕਿਉਂਕਿ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਜਿਹੜੀ ਆ ਉਹ ਹਿੰਦੁਸਤਾਨ ਦੇ ਵਿੱਚ ਬਹੁਤ ਘਟੀ ਹੈ ਅੱਗੇ ਨਾਲੋਂ। ਔਰ ਖਾਸ ਕਰਕੇ ਜੇ ਮੈਂ ਦੇਖੋ ਕਿਸੇ ਦੀ ਫੇਵਰੇਬਲ ਨਹੀਂ ਗੱਲ ਕਰ ਰਿਹਾ, ਜੇ ਬੰਦੀ ਸਿੰਘ ਅੰਦਰ ਟਾਈਮ ਪੂਰਾ ਕਰ ਚੁੱਕਿਆ, ਉਹਨਾਂ ਦੀ ਰਿਹਾਈ ਹੋਣੀ ਜ਼ਰੂਰੀ ਹੈ। ਔਰ ਸੈਂਟਰ ਗਵਰਨਮੈਂਟ ਦੇ ਉੱਤੇ ਇਸ ਚੀਜ਼ ਦਾ ਪ੍ਰੈਸ਼ਰ ਵੀ ਹੈਗਾ, ਕੇਂਦਰੀ ਮੰਤਰੀ ਵੀ ਗੱਲ ਕਰ ਚੁੱਕੇ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ। ਹੁਣ ਜਿਵੇਂ ਇੱਕ ਦੋ ਫਾਈਲਾਂ ਜਿਹੜੀਆਂ ਉਹ ਦਿੱਲੀ ਸਰਕਾਰ ਦੇ ਕੋਲ ਪਈਆਂ ਹੋਈਆਂ, ਉਹ ਕਲੀਅਰ ਨਹੀਂ ਹੋਈਆਂ, ਉੱਥੋਂ ਕਲੀਅਰ ਹੋਣੀਆਂ ਪ੍ਰੋਸੈਸ ਵਾਈਜ਼। ਤੇ ਦਵਿੰਦਰ ਸਿੰਘ ਭੁੱਲਰ ਦੀ ਫਾਈਲ ਪਈ ਹੋਈ ਆ, ਉਹ ਕੇਜਰੀਵਾਲ ਦੀ ਗਵਰਨਮੈਂਟ ਕੋਲ ਪਈ ਹੋਈ ਆ ਪੈਂਡਿੰਗ, ਹਜੇ ਹੋਣਗੀਆਂ ਤਾਂ ਪ੍ਰੋਸੈਸ ਵਾਈਜ਼ ਹੋ ਜਾਏਗਾ, ਲੇਕਿਨ ਸੈਂਟਰ ਗਵਰਨਮੈਂਟ ਤੇ ਇਹਦਾ ਪ੍ਰੈਸ਼ਰ ਬਹੁਤ ਹੈ ਪੰਜਾਬ ਨੂੰ। ਜੀ ਸੁਰਿੰਦਰਪਾਲ ਜੀ, ਜਿਸ ਤਰ੍ਹਾਂ ਤੁਸੀਂ ਬੀਜੇਪੀ ਦੇ ਅੰਦਰ ਦੀ ਗੱਲ ਮੈਂ ਕਹੂੰਗੀ ਕਿ ਤੁਸੀਂ ਦੱਸ ਰਹੇ ਹੋ ਔਰ ਪੂਰਾ ਉਹਦਾ ਐਨਾਲਿਸਿਸ ਕਰ ਰਹੇ ਹੋ, ਇੱਕ ਸਵਾਲ ਹੋਰ ਇਹ ਵੀ ਸੁਣਨ ਚ ਆਇਆ ਹੈ ਕਿ ਬੀਜੇਪੀ ਦੀ ਪਾਰਟੀ ਦਾ ਸਿਸਟਮ ਕੁਝ ਇਸ ਤਰ੍ਹਾਂ ਦਾ ਹੈ, ਜਿਹੜਾ ਵੀ ਕੋਈ ਮੈਂਬਰ ਜਾਂ ਕੋਈ ਆਗੂ ਪਾਰਟੀ ਦੇ ਪੂਰੇ ਕਹਿਣੇ ਔਰ ਕਥਨੀ ਤੇ ਚੱਲਦਾ ਹੈ ਤਾਂ ਪਾਰਟੀ ਉਹਦਾ ਪੂਰਾ ਰਿਸਪੈਕਟ ਕਰਦੀ ਹੈ। ਜਿਸ ਤਰ੍ਹਾਂ ਐਗਜ਼ਾਮਪਲ ਲੈਂਦੇ ਆ ਯੇਦਯੁਰੱਪਾ ਜੀ ਦੀ, ਸੋਨੇਵਾਲ ਦੀ ਔਰ ਫੜਨਵੀਸ ਦੀ। ਜਦੋਂ ਪਾਰਟੀ ਨੇ ਇਹਨਾਂ ਨੂੰ ਅਹੁਦਾ ਛੱਡਣ ਨੂੰ ਕਿਹਾ ਸੀ ਔਰ ਇਹਨਾਂ ਨੇ ਉਸੇ ਟਾਈਮ ਆਪਣੇ ਪਾਰਟੀ ਦੇ ਕਹਿਣੇ ਚਾਹ ਕੇ ਅਹੁਦਾ ਆਪਣਾ ਛੱਡਿਆ ਵੀ ਸੀ। ਕਿਹਾ ਜਾ ਰਿਹਾ ਕਿ ਇਸ ਕਾਰਨ ਇਹਨਾਂ ਨੂੰ ਜਿਹੜਾ ਹੈ ਪਾਰਟੀ ਹੁਣ ਪੂਰੀ ਰਿਸਪੈਕਟ ਦੇ ਰਹੀ ਹੈ। ਸੋ ਇਸ ਤਰ੍ਹਾਂ ਦਾ ਇੱਕ ਸਿਸਟਮ ਇਹਨਾਂ ਦੇ ਅੰਦਰ ਦਾ ਹੈ। ਦੇਖੋ, ਸਭ ਤੋਂ ਵੱਡੀ ਗੱਲ ਹੈ, ਮੈਨੂੰ ਨਾ ਸ਼ਾਂਤਾ ਕੁਮਾਰ ਜੀ ਦੀ ਇੱਕ ਗੱਲ ਯਾਦ ਆਉਂਦੀ ਹੈ। ਇੱਕ ਵਾਰ ਉਹ ਮੇਰੇ ਕੋਲ ਆਫਿਸ ਆਏ ਸੀ ਇੱਥੇ ਜਲੰਧਰ, ਤੇ ਉਹ ਬੀਜੇਪੀ ਦੇ ਵਿੱਚ ਸਾਂਸਦ ਸੀ ਉਸ ਟਾਈਮ। ਮੈਨੂੰ ਕਹਿੰਦੇ, ਮੈਂ ਇੱਕ ਦਿਨ ਸੁਰਿੰਦਰ ਸਵੇਰੇ ਬੈਠਾ ਹਿਮਾਚਲ ਦੇ ਵਿੱਚ ਮੁੱਖ ਮੰਤਰੀ ਸੀ, ਮੈਂ ਅਖਬਾਰ ਪੜ੍ਹ ਰਿਹਾ ਸੀ ਤੇ ਅਖਬਾਰ ਪੜ੍ਹਦੇ ਹਜੇ ਚਾਹ ਦਾ ਮੈਂ ਇੱਕ ਸਿਪ ਲਿੱਤਾ ਤੇ ਮੈਨੂੰ ਦਿੱਲੀ ਤੋਂ ਕਾਲ ਆਈ ਹੈ ਕਿ ਆਪ ਅਭੀ ਜਾਈਏ, ਰਾਜ ਭਵਨ ਇਸਤੀਫਾ ਦੀ। ਕਹਿੰਦੇ ਮੈਂ ਚਾਹ ਦਾ ਕੱਪ ਇੱਕ ਘੁੱਟ ਪੀਤਾ, ਅਖਬਾਰ ਵੀ ਉੱਥੇ ਰੱਖੀ, ਕਾਰ 'ਚ ਬੈਠਾ, ਉਸੇ ਟਾਈਮ ਰਸਤੇ 'ਚੋਂ ਹੀ ਅਸਤੀਫਾ ਡਿਕਟੇਟ ਕਰਾਇਆ, ਰਾਜ ਭਵਨ ਤੇ ਆਇਆ। ਕਹਿੰਦੇ ਮੈਂ ਉਹਦਾ ਅੱਜ ਤੱਕ ਕਾਰਨ ਨਹੀਂ ਪੁੱਛਿਆ ਤੇ ਅੱਜ ਤੱਕ ਉਹਦਾ ਮੈਂ ਜਵਾਬ ਵੀ ਨਹੀਂ ਮੰਗਿਆ ਵੀ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਸਵੇਰੇ 9 ਵਜੇ ਕਿਉਂ ਉਤਾਰਤਾ ਗਿਆ। ਕਹਿੰਦੇ ਪਾਰਟੀ ਹੈ, ਪਾਰਟੀ ਨੇ ਮੈਨੂੰ ਉਸ ਤੋਂ ਬਾਅਦ ਕੇਂਦਰੀ ਮੰਤਰੀ ਬਣਾਤਾ। ਕਹਿੰਦੇ ਪਾਰਟੀ ਹੈ, ਪਾਰਟੀ ਨੇ ਮੈਨੂੰ ਚੀਫ ਮਿਨਿਸਟਰ ਬਣਾਇਆ, ਪਾਰਟੀ ਨੇ ਮੈਨੂੰ ਉਤਾਰਤਾ। ਦੇਖੋ, ਸਭ ਤੋਂ ਵੱਡੀ ਗੱਲ ਹੈ, ਜਿਹੜੀ ਬੀਜੇਪੀ ਹੈ ਉਹ ਆਰਐਸਐਸ ਦੀ ਆਈਡੀਓਲੋਜੀ ਤੇ ਚੱਲਦੀ ਹੈ। ਜਿਹੜੀ ਇਹਦੀ ਬੈਕਬੋਨ ਹੈ ਰਾਸ਼ਟਰੀ ਸਵੈ ਸੇਵਕ ਸੰਘ ਹੈ। ਜਿਹੜਾ ਆਰਐਸਐਸ ਹੈ, ਜੋ ਮਰਜ਼ੀ ਉੱਤੇ ਐਲੀਗੇਸ਼ਨ ਲਾਏ ਜਾਣ, ਜੋ ਮਰਜ਼ੀ ਕਹੀ ਜਾਣ, ਲੇਕਿਨ ਉਹਦੇ ਵਰਗੀ ਡਿਸਿਪਲਿਨ ਆਰਗੇਨਾਈਜੇਸ਼ਨ ਪੂਰੇ ਵਰਲਡ 'ਚ ਨਹੀਂ ਹੋਏਗੀ। ਡਿਸਿਪਲਿਨ 'ਚ ਰਹਿਣਾ, ਅਨੁਸ਼ਾਸਨ ਦੀ ਗੱਲ ਕਰਨਾ। ਉੱਥੋਂ ਇੱਕ ਨਰਸਰੀ ਹੈ, ਉਹ ਨਰਸਰੀ ਤੋਂ ਤਿਆਰ ਹੋ ਕੇ ਪ੍ਰੋਡਕਟ ਬੀਜੇਪੀ 'ਚ ਜਾਂਦੇ ਆ ਤੇ ਜਿਹੜੇ ਬੀਜੇਪੀ 'ਚ ਜਾਂਦੇ ਆ ਉਹਨਾਂ ਨੂੰ ਯੈਸ ਬੌਸ ਔਰ ਅਨੁਸ਼ਾਸਨ ਦੇ ਵਿੱਚ ਰਹਿਣਾ ਹੀ ਪੈਂਦਾ। ਜੀ ਅੱਛਾ, ਲਾਸਟ ਸਵਾਲ ਪੁੱਛੂੰਗੀ ਮੈਂ ਸੁਰਿੰਦਰਪਾਲ ਜੀ। ਬਹੁਤ ਸਾਰੀਆਂ ਦੂਸਰੀਆਂ ਪਾਰਟੀਆਂ ਆਪਣੇ ਯੰਗ ਵਰਕਰਸ ਨੂੰ ਲੈ ਕੇ ਆਉਣਗੀਆਂ, ਪਰ ਇਸ ਵਾਰ ਬੀਜੇਪੀ ਦਾ ਏਜੰਡਾ ਕੁਝ ਹੋਰ ਹੈ। ਬੀਜੇਪੀ ਨੇ ਸਾਰੇ ਉਹ ਵਾਲੇ ਮੈਂਬਰ ਆਪਣੀ ਪਾਰਟੀ ਦੇ ਵਿੱਚ ਜੋੜੇ ਨੇ ਜਿਨ੍ਹਾਂ ਦੀ ਉਮਰ ਤਕਰੀਬਨ 70 ਤੋਂ 80 ਦੇ ਦਰਮਿਆਨ ਹੈ। ਕੀ ਕਹੋਗੇ? ਦੇਖੋ, ਬੀਜੇਪੀ
ਦਾ ਪਾਰਲੀਮੈਂਟ ਬੋਰਡ ਸਭ ਤੋਂ ਵੱਡਾ ਬੋਰਡ ਹੁੰਦਾ ਹੈ ਜਿਹੜੀ ਪੂਰੇ ਦੇਸ਼ 'ਚ ਭਾਰਤੀ ਜਨਤਾ ਪਾਰਟੀ ਨੂੰ ਚਲਾਉਣਾ ਹੁੰਦਾ ਹੈ। ਔਰ ਇੰਨੀ ਛੇਤੀ ਵੀ ਕੋਈ ਨਹੀਂ ਹੈਗਾ ਕਿ ਉਸ ਤਜਰਬੇ 80 ਸਾਲਾਂ ਦੇ ਜਾਂ 75 ਸਾਲਾਂ ਦੇ ਤਜਰਬੇ ਨੂੰ ਮੈਂ 40 ਸਾਲਾਂ ਦੇ ਵਿੱਚ ਪੂਰਾ ਕਰ ਲਾਂ। ਇਹ ਨਹੀਂ ਹੋ ਸਕਦਾ। ਹੁਣ BL ਸੰਤੋਸ਼ ਹੈ, RSS ਦੇ ਪ੍ਰੋਡਕਟ ਰਹੇ ਨੇ, ਭਾਰਤ ਦੇ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਮਹਾਮੰਤਰੀ ਨੇ, ਉਹਨਾਂ ਦਾ ਇੰਨਾ ਲੰਬਾ ਚੌੜਾ ਇਤਿਹਾਸ ਹੈ, ਲੰਬਾ ਚੌੜਾ ਐਕਸਪੀਰੀਅੰਸ ਹੈ, ਉਹਨੂੰ ਕੋਈ ਆਦਮੀ 50-60 ਸਾਲਾਂ 'ਚ ਟੱਚ ਹੀ ਨਹੀਂ ਕਰ ਸਕਦਾ ਜੋ ਉਹਨਾਂ ਦੇ ਤਜਰਬੇ ਨੇ। ਸੋ ਇਹ ਤਜਰਬੇਕਾਰ ਲੋਕ ਇਹਦੇ ਵਿੱਚ ਲਏ ਜਾਂਦੇ ਆ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਬਰੀਕੀਆਂ ਨਾਲ RSS ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੰਮ ਕੀਤਾ ਹੁੰਦਾ। ਇਹ ਟੌਪ ਹੁੰਦੇ ਆ। ਹੁਣ ਜੇ ਇਕਬਾਲ ਸਿੰਘ ਲਲਪੁਰਾ 2012 'ਚ ਜੁਆਇਨ ਕਰਕੇ ਗਏ ਆ, 2022 'ਚ ਉਹਨਾਂ ਨੂੰ ਬਣਾਇਆ ਗਿਆ 10 ਸਾਲ ਬਾਅਦ। 10 ਸਾਲ 10 ਸਾਲ ਬਾਅਦ। ਇੰਨੀ ਛੇਤੀ ਨਹੀਂ ਹੈ ਕਿ ਅੱਜ ਜੁਆਇਨ ਕੀਤਾ ਤੇ ਮਹੀਨੇ 'ਚ ਬਣਾਤਾ। ਸੋ ਕੇਂਦਰ ਦੀ ਲੀਡਰਸ਼ਿਪ ਦੇਖੋ, ਜਿਹੜੀ ਵਜ਼ਾਰਤ ਹੈ ਜਿਹਦੇ 'ਚ ਵਜ਼ੀਰ ਨੇ, ਉਹਦੇ 'ਚ ਯੰਗਸਟਰ ਚਿਹਰੇ ਹੈਗੇ ਨੇ, ਅਨੁਰਾਗ ਠਾਕੁਰ ਨੇ ਯੰਗ ਨੇ, ਕਈ ਯੰਗ ਚਿਹਰੇ ਹੈਗੇ ਨੇ। ਸੋ ਇਹ ਚੱਲਦਾ ਰਹਿੰਦਾ। ਲੇਕਿਨ ਪਾਰਟੀ ਦੀ ਜਿਹੜੀ ਪਾਰਲੀਮੈਂਟਰੀ ਬੋਰਡ ਆ ਉਹ ਬੜੇ ਤਜਰਬੇਕਾਰ ਲੋਕਾਂ ਦਾ ਹੁੰਦਾ। ਬਾਕੀ ਰਾਜੀਵ ਜੀ ਨੂੰ ਦੱਸਣ ਬਿਹਤਰ, ਪਾਰਟੀ ਨੂੰ ਤਾਂ ਸੰਗਠਨ ਦੇ ਬੰਦੇ ਨੇ, ਇਹ ਦੱਸ ਦੇਣਗੇ ਬਿਹਤਰ। ਪਰ 42 ਸਾਲਾਂ ਬਾਅਦ ਸਿੱਖ ਚਿਹਰਾ ਕਿਉਂ ਰਾਜੀਵ ਜੀ? ਗੱਲ ਏਦਾਂ ਹੈ ਵੀ ਤੁਸੀਂ ਬਹੁਤ ਸਿੱਧਾ ਸਵਾਲ ਕਰ ਦਿੱਤਾ, 42 ਸਾਲਾਂ ਬਾਅਦ ਸਿੱਖ ਚਿਹਰਾ ਕਿਉਂ। ਮੈਂ ਕਹਿਣਾ ਵਾ ਸਾਡਾ ਪੰਜਾਬ ਦਾ ਇੱਕ ਚਿਹਰਾ ਉੱਥੇ ਪਹੁੰਚਿਆ ਵਾ ਤੇ ਮਾਣ ਦੀ ਗੱਲ ਹੈ। ਸੋ ਇਹ ਪਹਿਲੀ ਵਾਰੀ ਹੋਇਆ ਔਰ ਕਈ ਲੋਕਾਂ ਨੂੰ ਇਹ ਸਿੱਧਾ ਸਿੱਧਾ ਜਵਾਬ ਹੈ ਜਿਹੜੇ ਲੋਕ ਕਹਿੰਦੇ ਭਾਰਤੀ ਜਨਤਾ ਪਾਰਟੀ ਸਰਵਸਪਰਸ਼ੀ ਨਹੀਂ ਹੈਗੀ। ਪਾਰਟੀ ਨੇ ਦੱਸ ਦਿੱਤਾ ਪਾਰਟੀ ਸਰਵਸਪਰਸ਼ੀ ਹੈ ਔਰ ਭਾਰਤੀ ਜਨਤਾ ਪਾਰਟੀ ਸਾਰਿਆਂ ਦੀ ਪਾਰਟੀ ਹੈ, ਸਾਰੇ ਹੀ ਮਤਾਂ ਦੀ ਪਾਰਟੀ ਹੈ। ਸੋ ਜਿਹੜਾ ਆਪਣੇ ਆਪ ਸਾਬਤ ਕਰੇਗਾ ਉਹ ਕਿਸੇ ਜਗ੍ਹਾ ਦੇ ਉੱਤੇ ਵੀ ਆਪਣੇ ਆਪ ਨੂੰ ਪਾਇਆ ਜਾ ਸਕਦਾ ਹੈ। ਔਰ ਇੱਕ ਸਵਾਲ ਤੁਸੀਂ ਸੁਰਿੰਦਰ ਜੀ ਨੂੰ ਵੀ ਕੀਤਾ ਸੀਗਾ ਵੀ ਯੰਗਸਟਰ ਜਿਹੜੀ ਗੱਲ ਕੀਤੀ ਤੁਸੀਂ ਵੀ, ਪਾਰਲੀਮੈਂਟਰੀ ਬੋਰਡ ਦੇ ਵਿੱਚ ਜਿਹੜੇ ਆ ਸਭ ਅਬਵ 70 ਨੇ। ਉਹਦੇ ਚ ਮੇਰੇ ਕੋਲ ਵੀ ਇੱਕ ਮੈਂ ਵੀ ਗੱਲ ਕਹਿਣਾ ਚਾਹੁੰਦਾ ਸੀਗਾ, ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰੀ ਜਿਹੜੀ ਸਾਡੀ ਮੰਤਰੀ ਮੰਡਲ ਹੈ, ਤੁਸੀਂ ਸਾਰਾ ਹੀ ਚੈੱਕ ਕਰੋਗੇ ਤਾਂ ਬਹੁਤ ਯੰਗ ਮੰਤਰੀ ਮੰਡਲ ਬਣਾਇਆ ਇਸ ਵਾਰੀ ਮੋਦੀ ਜੀ ਨੇ। ਔਰ ਈਵਨ ਡੈਟ ਸੰਗਠਨ ਦੇ ਵਿੱਚ ਵੀ ਜਦੋਂ ਅਮਿਤ ਸ਼ਾਹ ਜੀ ਰਾਸ਼ਟਰੀ ਅਧਿਕਸ਼ ਬਣੇ ਉਹਨਾਂ ਦੀ ਉਮਰ 50 ਸਾਲ ਸੀ ਔਰ ਪ੍ਰਦੇਸ਼ ਦੇ ਵੀ ਅਧਿਕਸ਼ ਸਾਡੇ ਕਮਲ ਜੀ ਬਣੇ 42 ਸਾਲ ਦੀ ਉਮਰ 'ਚ ਬਣੇ। ਸਾਡੇ ਜ਼ਿਲ੍ਹਾ ਅਧਿਕਸ਼ ਜੀ ਅੱਜ ਸੁਸ਼ੀਲ ਜੀ ਨੇ ਉਹ 42 ਸਾਲ ਦੇ ਨੇ। ਸੋ ਭਾਰਤੀ ਜਨਤਾ ਪਾਰਟੀ ਨੇ ਨਿਰਣੇ ਲਿਆ ਕਿ ਜਿਹੜਾ ਸੰਗਠਨ ਹੈ ਉਹ ਸਾਰਾ ਹੀ ਯੰਗਸਟਰ ਚਲਾਣਗੇ, ਮੰਤਰੀ ਮੰਡਲ ਵੀ ਯੰਗਸਟਰ ਚਲਾਣਗੇ। ਸੋ ਇਹ ਬਹੁਤ ਵੱਡੀ ਗੱਲ ਹੈ। ਜਿਹੜੇ ਆਉਣ ਵਾਲੇ ਜਿਹੜੇ ਲੋਕ ਨੇ, ਜਿਹੜੇ ਯੰਗਸਟਰ ਨੇ, ਉਹਨਾਂ ਵਾਸਤੇ ਇੱਕ ਬੜਾ ਵੱਡਾ ਅਵਸਰ ਹੈ ਕਿ ਭਾਰਤੀ ਜਨਤਾ ਪਾਰਟੀ 'ਚ ਕੰਮ ਕਰਕੇ ਉਹ ਆਪਣੇ ਆਪ ਨੂੰ ਸਥਾਪਿਤ ਕਰ ਸਕਦੇ। ਸਮਾਂ ਮਿਲਦਾ ਕਿਉਂਕਿ ਇੱਕ ਵਿਅਕਤੀ ਜਦੋਂ 30-40 ਸਾਲ ਦੀ ਉਮਰ ਦੇ ਵਿੱਚ ਇੱਕ ਅੱਛੇ ਸਥਾਨ ਤੇ ਪਹੁੰਚ ਜਾਂਦਾ ਤੇ ਉਹਨੂੰ ਇੱਕ ਲੰਬਾ ਸਮਾਂ ਕੰਮ ਕਰਨ ਲਈ ਮਿਲਦਾ। ਆਪਣਾ ਅਨੁਭਵ ਜਿਹੜਾ ਉਹਨੂੰ ਉੱਥੇ ਪਾਰਟੀ ਨੂੰ ਉਹਦਾ ਬੈਨੀਫਿਟ ਮਿਲਦਾ, ਅਨੁਭਵ ਉਹਦਾ ਜਿਹੜਾ ਉਹ ਕੰਮ ਕਰਦਾ ਅੱਗੋਂ। ਸੋ ਬਹੁਤ ਬਹੁਤ ਜਿਹੜਾ ਮਾਣ ਦੀ ਗੱਲ ਹੈ। ਮੈਂ ਆਪਣੇ ਆਪ ਨੂੰ ਗੌਰਵਿਤ ਮਹਿਸੂਸ ਕਰ ਰਿਹਾ ਕਿ ਇਕਬਾਲ ਸਿੰਘ ਲਾਲਪੁਰਾ ਜੀ ਨੂੰ ਜਿਹੜਾ ਕੇਂਦਰੀ ਚੁਣਾਵ ਸਮਿਤੀ ਦਾ ਜਿਹੜਾ ਮੈਂਬਰ ਬਣਾਇਆ ਹੈ, ਪੰਜਾਬ ਨੂੰ ਬਹੁਤ ਮਾਣ ਦਿੱਤਾ ਹੈ। ਔਰ ਇਹ ਸੱਚਾਈ ਹੈ ਵੀ ਇਹਦੇ ਕਈ ਮਾਇਨੇ ਵੀ ਨਿਕਾਲੇ ਜਾ ਸਕਦੇ ਨੇ, ਲੇਕਿਨ ਪੰਜਾਬ ਭਾਰਤੀ ਜਨਤਾ ਪਾਰਟੀ ਨੂੰ ਇਹਦਾ ਜੀ ਬਿਲਕੁਲ ਜੀ। ਸੋ ਸਿੱਧਾ ਸਿੱਧਾ ਵੀ ਤੁਸੀਂ ਦੱਸ ਰਹੇ ਹੋ ਕਿ ਇੱਕ ਤਰ੍ਹਾਂ ਦਾ ਏਜੰਡਾ ਵੀ ਹੈ ਪਾਰਟੀ ਦਾ ਔਰ ਸਿੱਧਾ ਸਿੱਧਾ ਫਾਇਦਾ ਵੀ ਹੋਏਗਾ। ਔਰ ਸਿਰਫ ਸਿੱਖ ਚਿਹਰੇ ਦੀ ਤਾਂ ਅਸੀਂ ਇਸ ਕਰਕੇ ਗੱਲ ਕਰ ਰਹੇ ਕਿਉਂਕਿ ਅਸੀਂ ਪੰਜਾਬ ਸੂਬੇ ਨਾਲ ਜੁੜੇ ਹੋਏ ਹਾਂ। ਜੇਕਰ ਧਿਆਨ ਦਿੱਤਾ ਜਾਵੇ ਸੰਸਦੀ ਬੋਰਡ ਦੇ ਵਿੱਚ ਇਸ ਵਾਰ ਅਲੱਗ-ਅਲੱਗ ਵਰਗਾਂ ਨੂੰ ਛੋਇਆ ਗਿਆ ਪਾਰਟੀ ਦੇ ਵਿੱਚ। ਸੰਸਦੀ ਬੋਰਡ ਦੀ ਇਸ ਕਮੇਟੀ ਦੇ ਵਿੱਚ ਅਲੱਗ-ਅਲੱਗ ਵਰਗਾਂ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਛੋਇਆ ਗਿਆ। ਸੋ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਪੂਰੇ ਦੇਸ਼ ਦੇ ਵਿੱਚੋਂ ਜਿਹੜੇ ਨੇ ਅਲੱਗ-ਅਲੱਗ ਵਰਗਾਂ ਨਾਲ ਜੁੜੇ ਹੋਏ ਲੋਕਾਂ ਨੂੰ ਇਸ ਸੰਸਦੀ ਬੋਰਡ ਦੀ ਕਮੇਟੀ ਦੇ ਵਿੱਚ ਜੋੜਿਆ ਜਾਵੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ, ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਜੁੜੇ ਸਨ ਬੀਜੇਪੀ ਦੇ ਜਨਰਲ ਸੈਕਟਰੀ ਰਾਜੀਵ ਢਿੰਗਰਾ ਜੀ। ਬਹੁਤ ਬਹੁਤ ਸ਼ੁਕਰੀਆ, ਆਪਣਾ ਕੀਮਤੀ ਸਮਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਦਿੱਤਾ। ਸੁਰਿੰਦਰਪਾਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਨਮਸਕਾਰ।